ਪਿਆਰੇ ਵਿਦਿਆਰਥੀਓ, ਅੱਜ ਆਪਾਂ ਪਵਨ ਊਰਜਾ ਬਾਰੇ ਜਾਣਕਾਰੀ ਲਵਾਂਗੇ, ਜਿਹਨੂੰ ਅੰਗਰੇਜ਼ੀ ਵਿੱਚ ਵਿੰਡ એનર્ਜੀ ਕਿਹਾ ਜਾਂਦਾ ਹੈ। ਮੈਂ ਡਾਕਟਰ ਅਮਨਦੀਪ ਸਿੰਘ ਅੱਜ ਤੁਹਾਨੂੰ ਪਵਨ ਊਰਜਾ ਬਾਰੇ ਦੱਸਣ ਜਾ ਰਿਹਾ ਹਾਂ। ਪਵਨ ਦਰਅਸਲ ਬਣਦੀ ਕਿਵੇਂ ਹੈ? ਜਿਵੇਂ ਕਿ ਤੁਸੀਂ ਜਾਣਦੇ ਹੋ, ਧਰਤੀ ਦੇ ਵਿੱਚ ਇੱਕ ਗਰਮੀ ਦਾ ਸਰੋਤ ਸੂਰਜ ਵੀ ਹੈ। ਸੂਰਜ ਦੀ ਗਰਮੀ ਕਰਕੇ ਜੋ ਵੀ ਆਪਣੇ ਪਾਣੀ ਦੇ ਸਰੋਤ ਨੇ ਇਸ ਧਰਤੀ ਦੇ ਉੱਤੇ, ਉਹਦੇ ਉੱਤੋਂ ਪਾਣੀ ਭਾਫ ਬਣ ਕੇ ਉੱਪਰਲੀ ਥਾਈਂ ਅਸਮਾਨ ਵੱਲ ਭਾਫ ਬਣ ਕੇ ਉੱਡਦਾ ਹੈ, ਕਿਉਂਕਿ ਇਹ ਠੰਡੀ ਹਵਾ ਜਿਹੜੀ ਹੈ ਉਹ ਗਰਮ ਹਵਾ ਦੇ ਵਿੱਚ ਤਬਦੀਲ ਹੋ ਕੇ ਹਲਕੀ ਹੋ ਜਾਂਦੀ ਹੈ। ਹਲਕੀ ਗਰਮ ਹਵਾ ਹਮੇਸ਼ਾ ਅਸਮਾਨ ਵੱਲ ਜਾਂਦੀ ਹੈ ਤੇ ਉਸ ਦੀ ਜਗ੍ਹਾ ਠੰਡੀ ਹਵਾ ਲੈ ਲੈਂਦੀ ਹੈ। ਇਹ ਸਾਈਕਲ ਚੱਲਦਾ ਰਹਿੰਦਾ ਹੈ। ਗਰਮ ਹਵਾ ਜਦ ਅਸਮਾਨ ਤੇ ਜਾ ਕੇ ਠੰਡੀ ਹੁੰਦੀ ਹੈ ਤੇ ਪਾਣੀ ਦੀਆਂ ਬੂੰਦਾਂ ਬਣ ਕੇ ਥੱਲੇ ਆਉਂਦੀ ਹੈ, ਜਿਸ ਨੂੰ ਆਪਾਂ ਵਾਟਰ ਸਾਈਕਲ ਵੀ ਕਹਿ ਦਿੰਦੇ ਹਾਂ। ਅਗਲੀ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ, ਇਹ ਪੂਰੀ ਦੁਨੀਆ ਦੇ ਹਵਾ ਦੇ ਦਿਸ਼ਾ ਬਾਰੇ ਜਾਣਕਾਰੀ ਦਿੰਦੀ ਹੈ। ਇਹ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੀ ਗਰਮ ਹਵਾ ਹੈ ਉਹ ਧਰਤੀ ਦੇ ਸਤਹ ਤੋਂ, ਧਰਤੀ ਦੇ ਸਰਫੇਸ ਤੋਂ ਗਰਮ ਹੋ ਕੇ ਉੱਪਰ ਵੱਲ ਨੂੰ ਜਾਂਦੀ ਹੈ ਤੇ ਉੱਪਰੋਂ ਠੰਡੀ ਹਵਾ ਥੱਲੇ ਵੱਲ ਨੂੰ ਆਉਂਦੀ। ਪਵਨ ਊਰਜਾ ਇਨਸਾਨੀਅਤ ਪਵਨ ਊਰਜਾ ਤੋਂ ਬਹੁਤ ਪੁਰਾਣੀ ਜਾਣੂ ਹੈ। 5000 ਸਾਲ ਕ੍ਰਾਈਸਟ ਤੋਂ ਪਹਿਲਾਂ ਪਵਨ ਊਰਜਾ ਇਨਸਾਨੀਅਤ ਨੇ ਇਸਤੇਮਾਲ ਕਰਨੀ ਸ਼ੁਰੂ ਕੀਤੀ। ਸਭ ਤੋਂ ਪਹਿਲਾਂ ਵਗਦੀ ਪਵਨ ਦਾ ਇਸਤੇਮਾਲ ਕੀਤਾ ਗਿਆ, ਜਿਹੜੇ ਵੀ ਪੜਦੇ ਵਾਲੀਆਂ ਕਿਸ਼ਤੀਆਂ ਹੁੰਦੀਆਂ ਸੀ ਉਹਨਾਂ ਨੂੰ ਧੱਕਾ ਦੇਣ ਵਾਸਤੇ। ਕਿਸ਼ਤੀ ਦਾ ਪੜਦਾ ਜਦ ਪਵਨ ਦੀ ਦਿਸ਼ਾ ਵੱਲ ਕਰ ਦਿੱਤਾ ਜਾਂਦਾ ਸੀ ਤਾਂ ਇਹ ਪਵਨ ਆਪਣੇ ਜ਼ੋਰ ਨਾਲ ਕਿਸ਼ਤੀ ਨੂੰ ਧਕੇਲ ਕੇ ਕਿਸ਼ਤੀ ਨੂੰ ਅੱਗੇ ਲੈ ਜਾਂਦੀ ਸੀ। ਫਿਰ ਤੁਸੀਂ ਦੇਖ ਸਕਦੇ ਹੋ ਕਿ ਹਿਸਟਰੀ ਕਿੰਨੀ ਪੁਰਾਣੀ ਹੈ ਪਵਨ ਊਰਜਾ ਦੀ। ਦਰਅਸਲ ਪਵਨ ਊਰਜਾ ਹੈ ਕੀ ਚੀਜ਼ ਹੈ? ਜੋ ਤੁਸੀਂ ਤਸਵੀਰ ਦੇਖ ਰਹੇ ਹੋ, ਇਸ ਨੂੰ ਅਸੀਂ ਪਵਨ ਚੱਕਰੀ ਵੀ ਕਹਿ ਦਿੰਦੇ ਹਾਂ, ਅੰਗਰੇਜ਼ੀ ਵਿੱਚ ਇਸ ਨੂੰ ਵਿੰਡ ਟਰਬਾਈਨ ਵੀ ਕਿਹਾ ਜਾਂਦਾ। ਪਵਨ ਊਰਜਾ ਇੱਕ ਬਹੁਤ ਹੀ ਸਾਫ਼, ਬਿਨਾਂ ਕਿਸੇ ਐਮਿਸ਼ਨ, ਬਿਨਾਂ ਕਿਸੇ ਪ੍ਰਦੂਸ਼ਣ ਤੋਂ ਬਿਜਲੀ ਪੈਦਾ ਕਰ ਸਕਦੀ ਹੈ। ਇਹ ਉਹ ਊਰਜਾ ਹੈ ਜਿਹਦੇ ਨਾਲ ਨਾ ਕੋਈ ਨਾਈਟ੍ਰੋਜਨ ਡਾਈਆਕਸਾਈਡ, ਨਾ ਕੋਈ ਸਲਫਰ ਡਾਈਆਕਸਾਈਡ, ਨਾ ਕੋਈ ਜਿਹੜੀਆਂ ਦੂਸ਼ਿਤ ਗੈਸਿਸ ਨੇ ਜਿਵੇਂ ਕਿ ਬਾਕੀ ਊਰਜਾ ਸਰੋਤਾਂ ਤੋਂ ਨਿਕਲਦੀਆਂ ਹੈ, ਇਹਦੇ ਵਿੱਚੋਂ ਕੁਝ ਵੀ ਨਹੀਂ ਨਿਕਲਦਾ। ਬਹੁਤ ਸਾਫ਼ ਸੁਥਰਾ ਇਹ ਇੱਕ ਸਰੋਤ ਹੈ ਊਰਜਾ ਦਾ। ਪਵਨ ਊਰਜਾ ਤੋਂ ਊਰਜਾ ਜਿਹੜੀ ਬਣਦੀ ਹੈ, ਜੇ ਉਹਦੇ ਉੱਤੇ ਆਪਾਂ ਜ਼ਿਆਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਈਏ ਤਾਂ ਉਹ ਆਪਣਾ ਜਿਹੜੇ ਪੁਰਾਣੇ ਸਰੋਤ ਨੇ ਊਰਜਾ ਦੇ, ਉਹਨਾਂ ਦੇ ਉੱਤੇ ਆਪਣੀ ਰਿਲਾਇਬਿਲਿਟੀ, ਆਪਣੀ ਡਿਪੈਂਡੈਂਸੀ ਘਟਾ ਦੇਗੀ। ਇਹ ਇੱਕ ਰੀਨਿਊਏਬਲ એનર્ਜੀ ਹੈ। ਤੁਸੀਂ ਦੇਖ ਸਕਦੇ ਹੋ, ਇਹ ਇੱਕ ਗ੍ਰਾਫ ਹੈ, ਇਹ ਜੋ ਦਰਸਾਉਂਦਾ ਹੈ ਕਿ ਕਿਵੇਂ ਵੱਖਰੇ ਵੱਖਰੇ ਰੀਨਿਊਏਬਲ ਸੋਰਸਿਸ ਤੋਂ ਅੱਜ ਦੇ ਦਿਹਾੜੀ ਤੱਕ 2015 ਤੱਕ ਪੂਰਾ ਸੰਸਾਰ ਊਰਜਾ ਪ੍ਰਗਟ ਕਰ ਰਿਹਾ ਹੈ। ਪੀਵੀ ਫੋਟੋਵੋਲਟਿਕ ਯਾਨੀ ਕਿ ਸੂਰਜ ਦੀ ਰੋਸ਼ਨੀ ਨਾਲ ਪੈਦਾ ਹੋਣ ਵਾਲੀ ਊਰਜਾ, ਸੀਐਸਪੀ ਕੰਸਨਟ੍ਰੇਟਿਡ ਸੋਲਰ ਪਲਾਂਟ ਯਾਨੀ ਕਿ ਸੂਰਜ ਦੀ ਰੋਸ਼ਨੀ ਨੂੰ ਇੱਕ ਜਗ੍ਹਾ ਫੋਕਸ ਕਰਕੇ ਜੋ ਊਰਜਾ ਪੈਦਾ ਕੀਤੀ ਜਾਂਦੀ ਹੈ ਉਹਨੂੰ ਸੀਐਸਪੀ ਕੰਸਨਟ੍ਰੇਟਿਡ ਸੋਲਰ ਪਲਾਂਟ ਕਹਿੰਦੇ ਹਨ। ਵਿੰਡ એનર્ਜੀ ਤੁਸੀਂ ਦੇਖ ਸਕਦੇ ਹੋ, ਪਵਨ ਊਰਜਾ ਜਿਸ ਦੇ ਬਾਰੇ ਆਪਾਂ ਇਹ ਗੱਲ ਕਰ ਸਕਦੇ ਹਾਂ, ਇਹ ਦਿਨ ਬ ਦਿਨ 2005 ਤੋਂ ਲੈ ਕੇ 2015 ਤੱਕ ਦੇ ਟ੍ਰੈਂਡ ਨੇ। ਇਹ ਤੁਸੀਂ ਦੇਖ ਸਕਦੇ ਹੋ ਕਿ ਵੱਧਦੇ ਹੀ ਜਾ ਰਹੇ ਹਨ। 2020 ਤੱਕ, 2024 ਤੱਕ ਦੇ ਟ੍ਰੈਂਡ ਹੋਰ ਇਸ ਤੋਂ ਵੱਧ ਗਏ ਹਨ। ਹੋਰ ਜਿਹੜੇ ਸਰੋਤ ਨੇ, ਜੀਓਥਰਮਲ એનર્ਜੀ, ਬਾਇਓਮਾਸ, ਤੇ ਹੁਣ ਤੱਕ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਸਰੋਤ ਊਰਜਾ ਦਾ ਉਹ ਹਾਈਡਰੋ ਪਾਵਰ ਹੈ, ਯਾਨੀ ਕਿ ਪਾਣੀ ਦੀ ਸ਼ਕਤੀ ਹੈ। ਭਾਰਤ ਦੇਸ਼ ਦੇ ਵਿੱਚ ਹੁਣ ਤੱਕ ਪਵਨ ਊਰਜਾ ਚੱਕਰੀਆਂ ਦੇ ਰਾਹੀਂ ਊਰਜਾ ਪ੍ਰਗਟ ਜੋ ਕੀਤੀ ਜਾ ਰਹੀ ਹੈ, ਉਹਦੀ ਇੰਸਟਾਲਡ ਕਪੈਸਿਟੀ ਇਸ ਪ੍ਰਕਾਰ ਹੈ। ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਰਾਜ ਦੇ, ਵੱਖ-ਵੱਖ ਰਾਜਾਂ ਦੇ ਹਿਸਾਬ ਸਿਰ ਇਹ ਇੰਸਟਾਲਡ ਕਪੈਸਿਟੀ ਪਵਨ ਊਰਜਾ ਦੀ ਦਰਸਾਈ ਗਈ ਹੈ। ਆਂਧਰਾ ਪ੍ਰਦੇਸ਼ 1038.15 ਮੈਗਾਵਾਟ ਤੱਕ ਪਵਨ ਊਰਜਾ ਜਨਰੇਟ ਕਰਦਾ ਹੈ, ਬਣਾਉਂਦਾ ਹੈ। ਗੁਜਰਾਤ 3642.53 ਮੈਗਾਵਾਟ, ਕਰਨਾਟਕਾ 2639.45 ਮੈਗਾਵਾਟ, ਕੇਰਲਾ 35.1 ਮੈਗਾਵਾਟ, ਮੱਧ ਪ੍ਰਦੇਸ਼
876.7 ਮੈਗਾਵਾਟ, ਮਹਾਰਾਸ਼ਟਰ 4437.9 ਮੈਗਾਵਾਟ। ਸਭ ਤੋਂ ਵੱਧ ਜਿਹੜੀ ਪਵਨ ਊਰਜਾ ਬਣਦੀ ਹੈ ਉਹ ਬਣਦੀ ਹੈ ਤਮਿਲਨਾਡੂ ਰਾਜ ਦੇ ਵਿੱਚ। ਉਸ ਦਾ ਇੱਕ ਕਾਰਨ ਹੈ ਕਿਉਂਕਿ ਇਹ ਇੱਕ ਦਵੀਪ, ਇਹ ਤਮਿਲਨਾਡੂ ਇੱਕ ਸਮੁੰਦਰ ਦੇ ਨੇੜਲਾ ਇਲਾਕਾ ਹੈ। ਸਮੁੰਦਰ ਦੇ ਨੇੜਲੇ ਇਲਾਕੇ ਦੇ ਵਿੱਚ ਪਾਣੀ ਦਾ ਸਰੋਤ ਬਹੁਤ ਵੱਡਾ ਹੈ, ਕਿਉਂਕਿ ਸਮੁੰਦਰ ਖੁਦ ਇੱਕ ਪਾਣੀ ਦਾ ਸਰੋਤ ਹੈ, ਜਿੱਥੋਂ ਕਿ ਪਾਣੀ ਬੜੀ ਆਸਾਨੀ ਨਾਲ ਸੂਰਜ ਦੀ ਗਰਮੀ ਨਾਲ ਭਾਫ ਬਣ ਕੇ ਉੱਪਰ ਜਾ ਸਕਦਾ ਹੈ। ਤੇ ਉੱਥੇ ਪਵਨ ਦਾ ਜਿਹੜਾ ਦਬਾਅ ਹੈ, ਜਿਹੜੀ ਪਵਨ ਇੱਕ ਦਿਸ਼ਾ ਤੋਂ ਦੂਸਰੀ ਦਿਸ਼ਾ ਜਾਂਦੀ ਹੈ, ਉਹ ਦਬਾਅ ਦੇ ਕਾਰਨ ਹੀ ਜਾਂਦੀ ਹੈ। ਤੇ ਉੱਥੇ ਘੱਟ ਦਬਾਅ ਬਣ ਜਾਂਦਾ ਹੈ, ਜਿਹਦੇ ਕਰਕੇ ਪਵਨ ਦੀ ਜਿਹੜੀ ਸਪੀਡ ਹੈ, ਉਹ ਪਵਨ ਦੀ ਗਤੀ ਹੈ ਵਗਣ ਦੀ, ਉਹ ਬਹੁਤ ਜ਼ਿਆਦਾ ਹੈ, ਜਿਹਦੇ ਕਰਕੇ ਕਿ ਉੱਥੇ ਪਵਨ ਊਰਜਾ ਜਨਰੇਟ ਕਰਨੀ, ਬਣਾਉਣੀ ਬਹੁਤ ਸੌਖੀ ਹੈ। ਪੂਰੇ ਭਾਰਤ ਦੇ ਕੁੱਲ ਪਵਨ ਊਰਜਾ ਮਿਲਾ ਕੇ ਜਿੰਨੀ ਇੰਸਟਾਲਡ ਕਪੈਸਿਟੀ ਹੈ ਉਹ ਹੈਗੀ ਹੈ 23,439.26 ਮੈਗਾਵਾਟ। ਜੇ ਪੂਰੇ ਸੰਸਾਰ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਜਿਹੜੀ ਪਵਨ ਊਰਜਾ ਜਿਹੜੇ ਦੇਸ਼ ਵਿੱਚ ਬਣਾਈ ਜਾਂਦੀ ਹੈ ਉਹ ਹੈ ਚਾਈਨਾ। ਚਾਈਨਾ ਦੇ ਵਿੱਚ 486.7 ਗੀਗਾਵਾਟ ਤੱਕ ਪਵਨ ਊਰਜਾ ਤੋਂ ਬਿਜਲੀ ਬਣਾਈ ਜਾਂਦੀ ਹੈ। ਇੱਕ ਝਾਤੀ ਇੱਧਰ ਮਾਰਦੇ ਹਾਂ ਕਿ ਪਵਨ ਊਰਜਾ ਵੱਧਦੀ ਕਿਉਂ ਜਾ ਰਹੀ ਹੈ। ਉਸ ਦਾ ਕਾਰਨ ਇਹ ਹੈ ਕਿ ਹੁਣ ਪਹਿਲੇ ਨਾਲੋਂ ਟਰਬਾਈਨ ਦਾ ਸਾਈਜ਼, ਜਿਹੜੇ ਪਵਨ ਊਰਜਾ ਨੂੰ ਇਸਤੇਮਾਲ ਕਰਕੇ ਬਿਜਲੀ ਬਣਾਉਣ ਦੀ ਜਿਹੜੀ ਮਸ਼ੀਨ ਹੈ, ਜਿਹਨੂੰ ਆਪਾਂ ਟਰਬਾਈਨ ਵੀ ਕਹਿ ਦਿੰਦੇ ਹਾਂ, ਉਹਦੇ ਹੁਣ ਸਾਈਜ਼ ਨਿਰੰਤਰ ਵੱਧਦੇ ਜਾ ਰਹੇ ਹਨ ਤੇ ਇਹਦੇ ਉੱਤੇ ਰਿਸਰਚ ਵੀ ਕਾਫੀ ਕੀਤੀ ਜਾ ਰਹੀ ਹੈ। ਹੁਣ ਇਹਨਾਂ ਨੂੰ ਬਣਾਉਣ ਦੀਆਂ ਹੋਰ ਸੌਖੀਆਂ ਤਕਨੀਕਾਂ ਆ ਗਈਆਂ ਹਨ। ਤੇ ਪਹਿਲਾਂ ਜੇ ਤੁਸੀਂ ਦੇਖੋ 1979 ਵਿੱਚ ਜਿਹੜੀ ਇਹ ਬਿਜਲੀ ਦੀ ਜਿਹੜੀ ਕਾਸਟ ਸੀਗੀ ਉਹ 1 ਯੂਨਿਟ 40 ਸੈਂਟ ਦੇ ਬਰਾਬਰ ਪੈਂਦੀ ਸੀ। 40 ਸੈਂਟ ਬਹੁਤ ਜ਼ਿਆਦਾ ਹਾਈ ਰੇਟ ਹੈ। ਫਿਰ ਜਿੱਦਾਂ ਹੀ ਰਿਸਰਚ ਨੇ ਐਡਵਾਂਸਮੈਂਟ ਕੀਤੀ, ਟਰਬਾਈਨਾਂ ਦੇ ਸਾਈਜ਼ ਵਧੇ, ਮੈਨੂਫੈਕਚਰਿੰਗ ਦੀਆਂ ਫੈਸਿਲਿਟੀਆਂ ਵਧੀਆਂ, ਤੇ ਤੁਸੀਂ ਦੇਖੋ ਸਨ 2000 ਤੱਕ ਇਹ ਕਾਸਟ 40 ਸੈਂਟ ਤੋਂ ਘਟ ਕੇ 4 ਤੋਂ 6 ਸੈਂਟ ਪ੍ਰਤੀ ਯੂਨਿਟ ਆ ਗਈ। ਤੇ ਜੇ ਪਵਨ ਊਰਜਾ ਨਾਲ ਆਪਾਂ ਬਿਜਲੀ ਪੈਦਾ ਕਰਦੇ ਕਰਦੇ 2004 ਚ ਤੁਸੀਂ ਦੇਖੋ ਇਹੀ ਕਾਸਟ 40 ਸੈਂਟ ਤੋਂ 4 ਤੋਂ 6 ਸੈਂਟ ਤੋਂ 3 ਤੋਂ 4.5 ਸੈਂਟ ਤੱਕ ਆ ਗਈ। ਤੇ ਜੇ ਹੁਣ ਨੇੜਲੀ ਗੱਲ ਕਰੀਏ ਤਾਂ ਹੁਣ ਆਪਾਂ ਨੂੰ 5 ਸੈਂਟ ਜਾਂ 3 ਸੈਂਟ ਤੋਂ ਵੀ ਘੱਟ ਪੈਂਦੀ ਹੈ। ਦਰਅਸਲ ਬਿਜਲੀ ਪੈਦਾ ਕਿਵੇਂ ਕੀਤੀ ਜਾਂਦੀ ਹੈ? ਜਦੋਂ ਵੀ ਜਿਹੜੀ ਵਗਦੀ ਹਵਾ ਹੈ ਉਹ ਕਿਸੇ ਚੀਜ਼ ਦੇ ਉੱਪਰ ਡਿੱਗਦੀ ਹੈ ਤਾਂ ਉਹਦੇ ਉੱਤੇ ਇੱਕ ਫੋਰਸ ਲਗਾਉਂਦੀ ਹੈ। ਉਹ ਫੋਰਸ ਇਸ ਲਈ ਲਗਾਉਂਦੀ ਹੈ ਕਿਉਂਕਿ ਉਹ ਉਸ ਫੋਰਸ ਨਾਲ ਉਸ ਚੀਜ਼ ਨੂੰ ਰਸਤੇ ਵਿੱਚੋਂ ਹਟਾਉਣਾ ਚਾਹੁੰਦੀ। ਸੋ ਇਸ ਚੱਕਰ ਦੇ ਵਿੱਚ ਉਹਨੂੰ ਹਟਾਉਣ ਦੇ ਬਦਲੇ ਕੁਝ એનર્ਜੀ ਜਿਹੜੀ ਹੈ ਉਹ ਆਬਜੈਕਟ ਦੇ ਉੱਤੇ ਲੱਗ ਜਾਂਦੀ ਹੈ, ਜਿਹਦੇ ਕਰਕੇ ਆਬਜੈਕਟ ਮੂਵ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸੇ ਪ੍ਰਕਾਰ ਜਿਹੜੀ ਪਵਨ ਚੱਕਰੀ ਹੈ, ਪਵਨ ਚੱਕਰੀ ਜਿਹੜੀ ਵਗਦੀ ਹਵਾ ਦਾ ਜ਼ੋਰ ਹੈ ਉਸ ਨੂੰ ਇਸਤੇਮਾਲ ਕਰਦੀ ਹੈ ਮਕੈਨੀਕਲ ਪਾਵਰ ਬਣਾਉਣ ਦੇ ਵਿੱਚ। ਫਿਰ ਮਕੈਨੀਕਲ ਪਾਵਰ ਦੇ ਨਾਲ ਜਨਰੇਟਰ ਘੁਮਾਇਆ ਜਾਂਦਾ ਹੈ ਤੇ ਜਨਰੇਟਰ ਦੇ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ। ਦਰਅਸਲ ਪਵਨ ਚੱਕਰੀ ਜਾਂ ਵਿੰਡ ਟਰਬਾਈਨ ਇਹ ਆਪਣੇ ਜਿਹੜੇ ਘਰੇ ਪੱਖੇ ਲੱਗੇ ਹੁੰਦੇ ਹਨ, ਜਿਹਨੂੰ ਆਪਾਂ ਸੀਲਿੰਗ ਫੈਨ ਵੀ ਕਹਿ ਦਿੰਦੇ ਹਾਂ, ਉਹਦੇ ਬਿਲਕੁਲ ਉਲਟ ਕੰਮ ਕਰਦੀ ਹੈ। ਸੀਲਿੰਗ ਫੈਨ ਬਿਜਲੀ ਖਰਚ ਕਰਕੇ ਹਵਾ ਨੂੰ ਖਿੱਚ ਕੇ ਹਵਾ ਨੂੰ ਜ਼ੋਰ ਨਾਲ ਘੇਰਦਾ ਹੈ, ਪਰ ਜਿਹੜੀ ਪਵਨ ਚੱਕਰੀ ਹੈ ਜਾਂ ਵਿੰਡ ਟਰਬਾਈਨ ਹੈ ਉਹ ਪਵਨ ਦਾ ਇਸਤੇਮਾਲ ਕਰਕੇ ਆਪਣੇ ਆਰਮਸ ਜਾਂ ਆਪਣੀਆਂ ਬਲੇਡਸ ਨੂੰ ਘੁਮਾ ਕੇ ਬਿਜਲੀ ਪੈਦਾ ਕਰਦੀ ਹੈ। ਵਿੰਡ ਟਰਬਾਈਨਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ, ਦੋ ਵਿਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਇੱਕ ਨੂੰ ਅਸੀਂ ਕਹਿ ਦਿੰਦੇ ਹਾਂ ਹੌਰੀਜ਼ੌਨਟਲ ਐਕਸਿਸ ਵਿੰਡ ਟਰਬਾਈਨ ਤੇ ਦੂਜੇ ਨੂੰ ਅਸੀਂ ਕਹਿ ਦਿੰਦੇ ਹਾਂ ਵਰਟੀਕਲ ਐਕਸਿਸ ਵਿੰਡ ਟਰਬਾਈਨ। ਜਿਹੜੀ ਤੁਸੀਂ ਖੱਬੇ ਸਾਈਡ ਤੇ ਫੋਟੋ ਦੇਖ ਰਹੇ ਹੋ ਜਿਹਦੇ ਉੱਤੇ ਫਲੋ ਵਿੰਡ ਲਿਖਿਆ ਹੋਇਆ ਹੈ, ਉਹ ਵਰਟੀਕਲ ਐਕਸਿਸ ਵਿੰਡ ਟਰਬਾਈਨ ਹੈ, ਯਾਨੀ ਕਿ ਇਹਦੀ ਐਕਸਿਸ ਘੁੰਮਣ ਦੀ ਬਿਲਕੁਲ ਸਿੱਧੀ ਹੁੰਦੀ ਹੈ, ਜਿਹਦੇ ਆਲੇ ਦੁਆਲੇ ਵਿੰਡ ਟਰਬਾਈਨ ਘੁੰਮਦੀ ਹੈ। ਜਿਹੜੀ ਕਿ ਹੌਰੀਜ਼ੌਨਟਲ ਐਕਸਿਸ ਵਿੰਡ ਟਰਬਾਈਨ ਹੈ, ਤੁਹਾਡੀ ਸੱਜੇ ਪਾਸੇ ਸਕਰੀਨ ਤੇ ਉਹਦੀ ਫੋਟੋ ਦਰਸਾਈ ਜਾ ਰਹੀ ਹੈ। ਇਹਦੇ ਜਿਹੜੀ ਘੁੰਮਣ ਦੀ ਐਕਸਿਸ ਹੈ ਉਹ ਹੌਰੀਜ਼ੌਨਟਲ ਹੁੰਦੀ ਹੈ, ਯਾਨੀ ਕਿ ਧਰਤੀ ਦੇ ਪੈਰਲਲ ਹੁੰਦੀ ਹੈ ਸਰਫੇਸ। ਪਹਿਲਾਂ ਆਪਾਂ ਵਰਟੀਕਲ ਐਕਸਿਸ ਵਿੰਡ ਟਰਬਾਈਨ ਦੀ ਗੱਲ ਕਰਾਂਗੇ। ਇਹਦੇ ਕੁਝ ਐਡਵਾਂਟੇਜ ਤੇ ਡਿਸਐਡਵਾਂਟੇਜ ਨੇ, ਉਹ ਆਪਾਂ ਦਰਸਾਉਂਦੇ ਹਾਂ ਹੁਣ ਕੀ ਚੀਜ਼ ਹੈ। ਐਡਵਾਂਟੇਜ ਵਰਟੀਕਲ ਟਰਬਾਈਨ ਦਾ ਸਭ ਤੋਂ ਵੱਡਾ ਇਹੀ ਹੈ ਕਿ ਇਹ ਕਿਸੇ ਵੀ ਦਿਸ਼ਾ ਵਿੱਚ ਘੁੰਮ ਸਕਦੀ ਹੈ, ਚਾਹੇ ਘੜੀ ਦੇ ਹਿਸਾਬ ਸਿਰ ਸਿੱਧੀ ਜਾਂ ਪੁੱਠੀ, ਕਿਉਂਕਿ ਇਹ ਹਵਾ ਹਰ ਦਿਸ਼ਾ ਦੇ ਵਿੱਚੋਂ ਐਕਸੈਪਟ ਕਰਦੀ ਹੈ ਤੇ ਬਿਜਲੀ ਪੈਦਾ ਕਰਦੀ ਹੈ। ਇਹਦੇ ਜਿਹੜੇ ਪਾਰਟਸ ਨੇ ਵਰਟੀਕਲ ਐਕਸਿਸ ਵਿੰਡ ਟਰਬਾਈਨ ਦੇ, ਇਹ ਬੜੇ ਈਜ਼ੀਲੀ ਸਰਵਿਸ ਕੀਤੇ ਜਾ ਸਕਦੇ ਹਨ ਕਿਉਂਕਿ ਇਹ ਧਰਤੀ ਦੀ ਸਤ੍ਹਾ ਦੇ ਬਹੁਤ ਨੇੜੇ ਹੀ ਇੰਸਟਾਲ ਕੀਤੇ ਹੁੰਦੇ ਹਨ। ਇਹਦਾ ਵਜਨ ਵੀ ਬਹੁਤ ਘੱਟ ਹੁੰਦਾ ਹੈ ਕੰਪੇਅਰ ਟੂ ਹੌਰੀਜ਼ੌਨਟਲ ਐਕਸਿਸ ਵਿੰਡ ਟਰਬਾਈਨ। ਬਟ ਇਹਦੇ ਵਿੱਚ ਇੱਕ ਹੋਰ ਐਡਵਾਂਟੇਜ ਹੈ, ਉਹ ਇਹ ਹੈ ਕਿ ਇਹਦੇ ਵਿੱਚ
ਇਹਨੂੰ ਬਣਾਉਣ ਵਾਸਤੇ ਜਿਹੜਾ ਮਟੀਰੀਅਲ ਇਸਤੇਮਾਲ ਕੀਤਾ ਗਿਆ ਹੈ ਉਹ ਕਾਫੀ ਘੱਟ ਹੈ। ਇਹਦੇ ਕੁਝ ਡਿਸਐਡਵਾਂਟੇਜ ਵੀ ਨੇ। ਇਹਦੇ ਵਿੱਚ ਕੀ ਹੈ ਕਿ ਜਿਹੜਾ ਰੋਟਰ ਹੈ, ਜਿਹੜਾ ਘੁੰਮਣ ਵਾਲੇ ਇਹਦੇ ਬਲੇਡਸ ਨੇ, ਉਹ ਦਰਅਸਲ ਬਿਲਕੁਲ ਸਤ੍ਹਾ ਦੇ ਨੇੜੇ ਹੁੰਦੇ ਹਨ, ਧਰਤੀ ਦੀ ਸਤ੍ਹਾ ਤੇ, ਜਿਹਦੇ ਕਰਕੇ ਸਤ੍ਹਾ ਦੇ ਨੇੜੇ ਹਮੇਸ਼ਾ ਜਿਹੜੀ ਪਵਨ ਦੀ ਗਤੀ ਹੈ ਉਹ ਘੱਟ ਹੁੰਦੀ ਹੈ। ਜਿਉਂ-ਜਿਉਂ ਆਪਾਂ ਸਤ੍ਹਾ ਤੋਂ ਦੂਰ ਜਾਈ ਜਾਂਦੇ ਹਾਂ, ਪਵਨ ਦੀ ਗਤੀ ਵੱਧਦੀ ਜਾਂਦੀ ਹੈ। ਸੋ ਇਹਦਾ ਜਿਹੜਾ ਰੋਟਰ ਹੈ, ਜਿਹੜੇ ਬਲੇਡ ਨੇ, ਉਹ ਸਤ੍ਹਾ ਦੇ ਨੇੜੇ ਹੁੰਦੇ ਹਨ, ਤਾਂ ਬਹੁਤ ਜ਼ਿਆਦਾ ਜਿਹੜੀ ਤੇਜ਼ ਗਤੀ ਵਾਲੀ ਹਵਾ ਹੈ ਉਹਨੂੰ ਅਰੈਸਟ ਨਹੀਂ ਕਰ ਸਕਦੇ, ਉਹਦਾ ਇਸਤੇਮਾਲ ਨਹੀਂ ਕਰ ਸਕਦੇ। ਇਹਦੇ ਵਿੱਚ ਸੈਂਟਰੀਫਿਊਗਲ ਫੋਰਸਿਸ ਬਹੁਤ ਜ਼ਿਆਦਾ ਹੁੰਦੀਆਂ ਹਨ, ਜੋ ਕਿ ਬਲੇਡਸ ਨੂੰ ਜ਼ਿਆਦਾ ਸਟ੍ਰੈਸ ਕਰ ਦਿੰਦੀਆਂ। ਇਹਨਾਂ ਦੀ ਸੈਲਫ ਸਟਾਰਟਿੰਗ ਜਿਹੜੀ ਕੈਪੇਬਿਲਿਟੀ ਹੈ, ਇਹ ਆਪਣੇ ਆਪ ਸਟਾਰਟ ਨਹੀਂ ਹੋ ਸਕਦੀਆਂ, ਕਈ ਵਾਰ ਇਹਨਾਂ ਨੂੰ ਧੱਕਾ ਦੇ ਕੇ ਸਟਾਰਟ ਕਰਨਾ ਪੈਂਦਾ ਹੈ। ਇਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਸਪੋਰਟ ਚਾਹੀਦਾ ਹੁੰਦਾ ਹੈ ਟਰਬਾਈਨ ਦੇ ਉੱਤੇ, ਤੇ ਜੇ ਤੁਸੀਂ ਟਰਬਾਈਨ ਦੇ ਰੋਟਰ ਬਦਲਣਾ ਹੈ ਤਾਂ ਸਾਰੇ ਬਲੇਡ, ਸਾਰਾ ਰੋਟਰ ਉਤਾਰ ਕੇ ਫਿਰ ਜਾ ਕੇ ਇਹਦਾ ਬੇਅਰਿੰਗ ਚੇਂਜ ਹੁੰਦਾ ਹੈ। ਅਦਰਵਾਈਜ਼ ਕੱਲਾ ਬੇਅਰਿੰਗ ਰੋਟਰ ਲੱਗੇ ਲਗਾਏ ਚੇਂਜ ਨਹੀਂ ਹੋ ਸਕਦਾ। ਹੁਣ ਆਪਾਂ ਦੂਸਰੀ ਹੌਰੀਜ਼ੌਨਟਲ ਐਕਸਿਸ ਵਿੰਡ ਟਰਬਾਈਨ ਦੇ ਐਡਵਾਂਟੇਜ ਤੇ ਡਿਸਐਡਵਾਂਟੇਜ ਦੇਖਦੇ ਹਾਂ। ਹੌਰੀਜ਼ੌਨਟਲ ਐਕਸਿਸ ਵਿੰਡ ਟਰਬਾਈਨ ਜਿਹੜੀਆਂ ਹੈ, ਦਰਅਸਲ ਏਦਾਂ ਵਿਭਾਜਿਤ ਕੀਤੀਆਂ ਜਾਂਦੀਆਂ ਹਨ। ਜੇ ਹੌਰੀਜ਼ੌਨਟਲ ਐਕਸਿਸ ਵਿੰਡ ਟਰਬਾਈਨ 10 ਕਿਲੋਵਾਟ ਤੋਂ ਘੱਟ ਕਪੈਸਿਟੀ ਦੀ ਹੈ, ਉਹਨੂੰ ਅਸੀਂ ਸਮਾਲ ਟਰਬਾਈਨ ਕਹਿ ਦਿੰਦੇ ਹਾਂ। ਜੇ ਉਹ 10 ਤੋਂ 250 ਕਿਲੋਵਾਟ ਤੱਕ ਦੀ ਕਪੈਸਿਟੀ ਦੀ ਹੈ, ਉਹਨੂੰ ਆਪਾਂ ਇੰਟਰਮੀਡੀਏਟ ਟਰਬਾਈਨ ਕਹਿ ਦਿੰਦੇ ਹਾਂ। ਤੇ 250 ਕਿਲੋਵਾਟ ਤੋਂ ਵੱਧ ਕਪੈਸਿਟੀ ਦੀ ਟਰਬਾਈਨ ਨੂੰ ਆਪਾਂ ਲਾਰਜ ਵਿੰਡ ਟਰਬਾਈਨ ਕਹਿ ਦਿੰਦੇ ਹਾਂ, ਜਾਂ ਪਵਨ ਚੱਕਰੀ ਕਹਿ ਦਿੰਦੇ ਹਾਂ। ਇਹਨਾਂ ਦੇ ਇਸਤੇਮਾਲ ਹੋਣ ਦੇ ਪੋਟੈਂਸ਼ੀਅਲ ਐਪਲੀਕੇਸ਼ਨ ਲਿਖੇ ਹੋਏ ਨੇ ਜੀ ਸਾਹਮਣੇ। ਸਮਾਲ ਟਰਬਾਈਨਾਂ, ਜਿਹੜੀਆਂ ਛੋਟੀਆਂ ਟਰਬਾਈਨਾਂ 10 ਕਿਲੋਵਾਟ ਦੀਆਂ, ਉਹ ਆਮ ਤੌਰ ਤੇ ਘਰਾਂ ਵਿੱਚ ਜਾਂ ਫਾਰਮਸ ਦੇ ਵਿੱਚ ਯੂਜ਼ ਹੁੰਦੀਆਂ ਹਨ। ਇੰਟਰਮੀਡੀਏਟ ਟਰਬਾਈਨਾਂ ਇੱਕ ਪਿੰਡ ਨੂੰ ਬਿਜਲੀ ਦੇਣ ਵਾਸਤੇ ਜਾਂ ਡਿਸਟ੍ਰੀਬਿਊਟਡ ਪਾਵਰ ਦੇਣ ਵਾਸਤੇ ਇਸਤੇਮਾਲ ਹੁੰਦੀਆਂ ਹਨ। ਜਿਹੜੀਆਂ ਵੱਡੀਆਂ ਟਰਬਾਈਨਾਂ ਨੇ, ਇਹ ਵਿੰਡ ਫਾਰਮ ਦੇ ਵਿੱਚ ਜਿਹੜੀਆਂ 250 ਕਿਲੋਵਾਟ ਤੋਂ ਵੱਧ ਊਰਜਾ ਪੈਦਾ ਕਰ ਸਕਦੀਆਂ ਹਨ। ਇਹ ਵਿੰਡ ਫਾਰਮ ਜਾਂ ਜਿਹੜੇ ਪਾਵਰ ਫਾਰਮ ਨੇ, ਉਹਨਾਂ ਦੇ ਵਿੱਚ ਇਸਤੇਮਾਲ ਹੁੰਦੀਆਂ। ਆਪਾਂ ਲਾਸਟ ਟਰਬਾਈਨ ਦੀ ਗੱਲ ਕਰਾਂਗੇ। ਲਾਸਟ ਟਰਬਾਈਨ ਇੱਕ ਕਮਿਊਨਿਟੀ ਯੂਟਿਲਿਟੀ ਸਕੇਲ ਟਰਬਾਈਨ ਹੈ। ਇਸ ਦਾ ਉਚਾਈ ਦਾ ਅੰਦਾਜ਼ਾ ਤੁਸੀਂ ਸੱਜੇ ਹੱਥ ਪਿਕਚਰ ਨੂੰ ਦੇਖ ਕੇ ਲਗਾ ਸਕਦੇ ਹੋ। ਜਿਹੜਾ ਸਟੈਚੂ ਆਫ ਲਿਬਰਟੀ ਬਹੁਤ ਹੀ ਉੱਚਾ ਸਟੈਚੂ ਹੈ ਅਮਰੀਕਾ ਦੇ ਵਿੱਚ, ਉਹਦੀ ਉਚਾਈ 305 ਫੁੱਟ ਹੈ ਸਮੁੰਦਰ ਤਲ ਤੋਂ। ਤੇ ਜਦ ਕਿ ਇੱਕ ਜਿਹੜੀ ਲਾਰਜ ਟਰਬਾਈਨ ਹੈ, ਉਹਦੀ ਉਚਾਈ ਇਸ ਤੋਂ ਵੀ ਜ਼ਿਆਦਾ 328 ਫੁੱਟ ਹੈ ਧਰਤੀ ਦੇ ਤਲ ਤੋਂ, ਧਰਤੀ ਦੇ ਸਰਫੇਸ ਤੋਂ। ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਸ ਦੀ ਹਾਈਟ ਦਾ ਇਹ ਕੰਪੈਰੀਜ਼ਨ ਦੇ ਨਾਲ। ਇੱਕ ਵੱਡੀ ਟਰਬਾਈਨ ਦਾ ਬਲੇਡ ਦੀ ਲੈਂਥ, ਉਹਦੀ ਬਲੇਡ ਦੀ ਲੈਂਥ 112 ਫੁੱਟ ਤੱਕ ਹੋ ਸਕਦੀ ਹੈ, ਤੇ ਇਹਦਾ ਕੁੱਲ ਵਜ਼ਨ 200 ਟਨ ਤੱਕ ਹੋ ਸਕਦਾ ਹੈ। ਇਹਨੂੰ ਇੰਸਟਾਲ ਕਰਨ ਲਈ, ਧਰਤੀ ਦੇ ਉੱਤੇ ਬੰਨਣ ਲਈ, ਘੱਟੋ ਘੱਟ ਤੁਹਾਨੂੰ ਫਾਊਂਡੇਸ਼ਨ 20 ਫੁੱਟ ਉੱਚੀ ਜਾਂ 20 ਫੁੱਟ ਡੂੰਘੀ ਬਣਾਉਣ ਦੀ ਲੋੜ ਹੈ। ਇੱਕ ਟਰਬਾਈਨ ਘੱਟੋ ਘੱਟ 1.5 ਤੋਂ 2 ਮੈਗਾਵਾਟ ਬਿਜਲੀ ਪੈਦਾ ਕਰ ਸਕਦੀ ਹੈ, ਤੇ ਜੋ ਕਿ 500 ਘਰਾਂ ਨੂੰ ਬਿਜਲੀ ਦੇਣ ਵਾਸਤੇ ਕਾਫੀ ਹੈ। ਹੌਰੀਜ਼ੌਨਟਲ ਐਕਸਿਸ ਵਿੰਡ ਟਰਬਾਈਨਾਂ ਦੇ ਵੀ ਅੱਗੋਂ ਦੋ ਹਿੱਸੇ ਹਨ ਜਾਂ ਦੋ ਵਿਭਾਗ ਹਨ। ਜਾਂ ਉਹ ਟਰਬਾਈਨ ਧਰਤੀ ਤੇ ਲੱਗੀ ਹੈ, ਜਾਂ ਉਹ ਸਮੁੰਦਰ ਦੇ ਵਿੱਚ ਲੱਗੀ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਆਫਸ਼ੋਰ ਜਾਂ ਔਨਸ਼ੋਰ। ਔਨਸ਼ੋਰ ਟਰਬਾਈਨ ਮੀਨਸ ਕਿ ਉਹ ਧਰਤੀ ਦੇ ਉੱਤੇ ਸਮੁੰਦਰ ਦੇ ਕੰਢੇ ਲੱਗੀ ਹੋਈ ਹੈ। ਆਫਸ਼ੋਰ ਮੀਨਸ ਕਿ ਉਹ ਧਰਤੀ ਤੋਂ ਦੂਰ ਸਮੁੰਦਰ ਦੇ ਵਿਚਾਲੇ ਫਾਊਂਡੇਸ਼ਨ ਬਣਾ ਕੇ ਤੇ ਪਾਣੀ ਦੇ ਵਿੱਚ ਲੱਗੀ ਹੋਈ। ਜਿਹੜੀਆਂ ਔਨਸ਼ੋਰ ਨੇ, ਜਿਹੜੀਆਂ ਧਰਤੀ ਦੇ ਉੱਤੇ ਲੱਗਦੀਆਂ ਟਰਬਾਈਨਾਂ ਨੇ ਸਮੁੰਦਰ ਦੇ ਕੰਢਿਆਂ ਦੇ ਉੱਤੇ, ਉਹਦੇ ਕੁਝ ਐਡਵਾਂਟੇਜ ਡਿਸਐਡਵਾਂਟੇਜ ਦਰਸਾਏ ਗਏ ਹਨ। ਜਿਹੜੀ ਔਨਸ਼ੋਰ ਟਰਬਾਈਨ ਹੈ, ਉਹਨਾਂ ਦੀ ਐਵਰੇਜ ਜਿਹੜੀ ਜ਼ਿੰਦਗੀ ਹੈ, ਜਿਹੜੀ ਐਵਰੇਜ ਲਾਈਫ ਹੈ, ਉਹ 20 ਸਾਲ ਹੈ। ਤੇ ਉਹ ਨਾਰਮਲੀ 2 ਤੋਂ 3 ਮਹੀਨੇ ਦੇ ਵਿੱਚ ਆਪਣਾ ਖਰਚਾ ਸਾਰਾ ਕੱਢ ਲੈਂਦੀਆਂ ਹਨ। ਇੰਨੀ ਬਿਜਲੀ ਬਣਾ ਦਿੰਦੀਆਂ ਹਨ ਕਿ ਬਿਜਲੀ ਨੂੰ ਵੇਚ ਕੇ ਉਹ ਆਪਣਾ ਇੰਸਟਾਲੇਸ਼ਨ ਦਾ ਖਰਚਾ ਕੱਢ ਸਕਦੀਆਂ। ਇਹਨਾਂ ਦੀ ਜਿਹੜੀ ਫਾਊਂਡੇਸ਼ਨ ਹੈ, ਜਿਵੇਂ 20 ਫੁੱਟ ਡੂੰਘੀ ਹੁੰਦੀ ਹੈ, ਉਹ ਤਕਰੀਬਨ ਸਸਤੀ ਹੁੰਦੀ ਹੈ ਜੇ ਆਪਾਂ ਕੰਪੇਅਰ ਕਰੀਏ ਸਮੁੰਦਰ ਦੇ ਵਿੱਚ ਫਾਊਂਡੇਸ਼ਨ ਬਣਾਉਣ ਨਾਲੋਂ। ਤੇ ਇਲੈਕਟ੍ਰੀਕਲ ਗ੍ਰਿਡਸ ਨੇੜੇ ਹੁੰਦੇ ਹਨ, ਕਿਉਂਕਿ ਇਹ ਧਰਤੀ ਤੇ ਹੀ ਲੱਗੀ ਹੋਈ ਹੈ, ਤਾਂ ਇਹਨੂੰ ਆਸਾਨੀ ਨਾਲ ਇਲੈਕਟ੍ਰੀਕਲ ਗ੍ਰਿਡ ਨਾਲ ਕਨੈਕਟ ਕੀਤਾ ਜਾ ਸਕਦਾ ਹੈ। ਇਹਦੇ ਡਿਸਐਡਵਾਂਟੇਜ ਵੀ ਕੁਝ ਹੈਗੇ ਨੇ। ਡਿਸਐਡਵਾਂਟੇਜ ਇਹ ਨੇ, ਇਹ ਬਹੁਤ ਆਵਾਜ਼ ਕਰਦੀਆਂ ਹਨ ਜਦ ਚੱਲਦੀਆਂ ਹਨ ਪਵਨ ਚੱਕਰੀ। ਦੈਨ ਇਹ ਇੰਨੀ ਕੁ ਆਵਾਜ਼ ਕਰ ਦਿੰਦੀਆਂ ਹਨ ਕਿ ਜਿੰਨੀ ਕਿ ਇੱਕ ਫੈਮਿਲੀ ਕਾਰ 70 ਕਿਲੋਮੀਟਰ ਤੇ ਜੇ ਜਾ ਰਹੀ ਹੈ, 70 ਮੀਲ ਪਰ ਆਰ ਤੇ ਜਿੰਨੀ ਆਵਾਜ਼ ਇੱਕ ਗੱਡੀ ਕਰਦੀ ਹੈ, ਉਨੀ ਆਵਾਜ਼ ਤੱਕ ਇਹ ਪ੍ਰੋਡਿਊਸ ਕਰ ਸਕਦੀਆਂ ਹਨ। ਜਿਹੜੇ ਸਮੁੰਦਰ ਦੇ ਵਿੱਚ, ਜਿਵੇਂ ਕਿ ਤੁਸੀਂ ਪਿਕਚਰ ਵਿੱਚ ਦੇਖ ਰਹੇ ਹੋ, ਦਰਸਾਈ ਗਈ ਹੌਰੀਜ਼ੌਨਟਲ ਐਕਸਿਸ ਵਿੰਡ ਟਰਬਾਈਨ ਹੈ, ਇਹ ਸਮੁੰਦਰ ਦੇ ਵਿੱਚ ਲੱਗੀ ਹੋਈ ਹੈ, ਜਿਹਨੂੰ ਆਪਾਂ ਆਫਸ਼ੋਰ ਕਹਿ ਦਿੰਦੇ ਹਾਂ। ਇਹਦੇ ਨੇੜੇ ਤੇੜੇ ਕੋਈ ਧਰਤੀ ਦਾ ਕੰਢਾ ਨਹੀਂ ਹੈ, ਕੋਈ ਸਮੁੰਦਰ ਦਾ ਕੰਢਾ ਨਹੀਂ ਹੈ, ਕੋਈ ਧਰਤੀ ਦੀ ਸਤ੍ਹਾ ਨਹੀਂ ਹੈ। ਤੋ ਇਹ ਸਮੁੰਦਰ ਦੇ ਵਿੱਚ ਸੀ ਬੈੱਡ ਦੇ ਉੱਤੇ ਇਹਦੀ ਫਾਊਂਡੇਸ਼ਨ ਬਣਾ ਕੇ ਇਹਨੂੰ ਇੰਸਟਾਲ ਕੀਤਾ ਜਾਂਦਾ ਹੈ। ਤੋ ਇਹਦੇ ਕੁਝ ਐਡਵਾਂਟੇਜ ਨੇ। ਜਿਹੜੀ ਆਫਸ਼ੋਰ ਵਿੰਡ ਟਰਬਾਈਨ ਹੈ, ਜਿਹੜੀ ਸਮੁੰਦਰ ਵਿਚਾਲੇ ਲੱਗੀ ਵਿੰਡ ਟਰਬਾਈਨ ਹੈ, ਇਹ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ ਬਜਾਏ ਧਰਤੀ ਦੇ ਟਰਬਾਈਨ ਨਾਲੋਂ। ਇਹ ਘੱਟੋ ਘੱਟ ਇਹਨਾਂ ਦੀ ਲਾਈਫ 25 ਤੋਂ 30 ਸਾਲ ਹੁੰਦੀ ਹੈ। ਜਿਹੜੀ ਧਰਤੀ ਵਾਲੀ ਲਾਈਫ ਹੈ, ਜਿਹੜੀ ਧਰਤੀ ਤੇ ਲੱਗੀ ਟਰਬਾਈਨ ਦੀ ਲਾਈਫ 20 ਸਾਲ ਹੈ, ਇਹ 25 ਤੋਂ 30 ਸਾਲ ਤੱਕ ਰਹਿ ਸਕਦੀਆਂ ਹਨ।
ਬਟ ਇਹ ਆਲਮੋਸਟ ਦੁੱਗਣੀ એનર્ਜੀ, ਦੁੱਗਣੀ ਇਲੈਕਟ੍ਰਿਸਿਟੀ ਪ੍ਰੋਡਿਊਸ ਕਰ ਦਿੰਦੀਆਂ ਹਨ, ਕਿਉਂਕਿ ਸਮੁੰਦਰ ਦੀ ਸਤ੍ਹਾ ਤੇ ਪਵਨ ਦਾ ਜਿਹੜਾ ਦਬਾਅ ਆ, ਪਵਨ ਦੀ ਜਿਹੜੀ ਗਤੀ ਆ, ਉਹ ਬਹੁਤ ਜ਼ਿਆਦਾ ਹੁੰਦੀ ਹੈ ਧਰਤੀ ਦੇ ਨੇੜੇ। ਇਹਦੇ ਡਿਸਐਡਵਾਂਟੇਜ ਨੇ ਕਿ ਇਹ ਮਹਿੰਗੀ ਬਹੁਤ ਹੈ। ਜੇ ਆਪਾਂ ਧਰਤੀ ਤੇ ਟਰਬਾਈਨ ਲਗਾਣੀ ਹੋਏ, ਸੌਖੀ ਹੈ ਲਗਾਣੀ, ਇਹ ਬੜੀ ਔਖੀ ਹੈ ਸਮੁੰਦਰ ਦੇ ਵਿੱਚ ਲਗਾਣੀ, ਤੇ ਉਸ ਹਿਸਾਬ ਸਿਰ ਦਾ ਇੰਸਟਾਲੇਸ਼ਨ ਦੇ ਖਰਚੇ ਵੀ ਵੱਧ ਜਾਂਦੇ ਨੇ। ਹੁਣ ਆਪਾਂ ਇਹਦੇ ਹਿੱਸਿਆਂ ਦੀ ਗੱਲ ਕਰਾਂਗੇ। ਤੁਸੀਂ ਦੇਖ ਲਓ ਇਹਦੇ ਹਿੱਸਿਆਂ ਨੂੰ ABCD ਦੇ ਨਾਲ ਦਰਸਾਇਆ ਗਿਆ ਹੈ। ਇਹ ਜਿਹੜਾ ਹੈ, ਇਸ ਹਿੱਸੇ ਨੂੰ ਬਲੇਡ ਕਿਹਾ ਜਾਂਦਾ ਹੈ। ਆਮ ਤੌਰ ਤੇ 3 ਬਲੇਡਾਂ ਵਾਲੀ ਟਰਬਾਈਨ ਦੇਖਣ ਨੂੰ ਮਿਲ ਜਾਂਦੀ ਹੈ। B ਨੂੰ ਹੱਬ ਕਿਹਾ ਜਾਂਦਾ ਹੈ। ਹੱਬ ਦੇ ਨਾਲ ਹੀ ਬਲੇਡ ਜੁੜੇ ਹੁੰਦੇ ਹਨ। C ਨੂੰ, ਜਿਹੜਾ ਤੁਸੀਂ ਬਕਸਾ ਦੇਖ ਰਹੇ ਹੋ ਇਹਨਾਂ ਬਲੇਡਾਂ ਦੇ ਪਿੱਛੇ ਜਿੱਥੇ C ਦਰਸਾਇਆ ਗਿਆ ਹੈ, C ਨੂੰ ਨੈਸਲ ਕਿਹਾ ਜਾਂਦਾ ਹੈ। ਨੈਸਲ ਦੇ ਵਿੱਚ ਗੇਅਰ ਬਕਸੇ, ਨੈਸਲ ਦੇ ਵਿੱਚ ਸ਼ਾਫਟਾਂ, ਨੈਸਲ ਦੇ ਵਿੱਚ ਹੀ ਜਨਰੇਟਰ ਹੁੰਦਾ ਹੈ, ਜੋ ਕਿ ਇਹ ਬਲੇਡ ਜਾਂ ਹੱਬ ਘੁੰਮਣ ਦੇ ਨਾਲ ਹੀ ਘੁੰਮਦਾ ਹੈ ਤੇ ਬਿਜਲੀ ਪੈਦਾ ਕਰਦਾ ਹੈ। ਜਿਹੜਾ D ਲੰਬਾ ਖੰਭਾ ਦਿਖਾ ਰੱਖਿਆ ਹੈ, ਇਸ ਨੂੰ ਟਾਵਰ ਕਿਹਾ ਜਾਂਦਾ ਹੈ। ਇਹ ਫਾਊਂਡੇਸ਼ਨ ਦੇ ਨਾਲ ਜੋੜਿਆ ਜਾਂਦਾ ਹੈ। ਹੁਣ ਕੱਲੇ-ਕੱਲੇ ਭਾਗ ਨੂੰ ਆਪਾਂ ਡਿਟੇਲ 'ਚ ਜਾਣਾਂਗੇ। ABC ਮੈਂ ਆਲਰੇਡੀ ਤੁਹਾਨੂੰ ਦਰਸਾ ਚੁੱਕਿਆ ਹਾਂ ਕਿ A ਨੂੰ ਹੱਬ ਕਹਿੰਦੇ ਹਨ, B ਨੂੰ ਬਲੇਡ ਕਹਿੰਦੇ ਹਨ, C ਨੂੰ ਸ਼ਾਫਟ ਕਿਹਾ ਜਾਂਦਾ ਹੈ ਜਾਂ C ਨੂੰ ਨੈਸਲ ਵੀ ਕਿਹਾ ਜਾਂਦਾ ਹੈ। ਇੱਥੇ ਸ਼ਾਫਟ ਦਰਸਾਈ ਗਈ ਹੈ। D ਇੱਥੇ ਗੇਅਰ ਬਕਸਾ ਦਰਸਾਇਆ ਗਿਆ ਹੈ, ਤੇ ਜਿਹੜਾ G ਹੈ ਉਹ ਜਨਰੇਟਰ ਦਰਸਾਇਆ ਗਿਆ ਹੈ। ਇਹ ਸਾਰੇ ਇੱਕ ਵੱਡੇ ਬਕਸੇ ਨੈਸਲ ਦਾ ਹੀ ਹਿੱਸਾ ਹੁੰਦੇ ਹਨ। ਹੁਣ ਇਹ ਕੰਮ ਕਿਵੇਂ ਕਰਦੀ ਹੈ? ਜਿੱਦਾਂ ਹੀ ਸਾਹਮਣੇ ਦੀ ਦਿਸ਼ਾ ਤੋਂ ਹਵਾ ਆਉਂਦੀ ਹੈ, ਉਹ ਆਪਣਾ ਜਿਹੜੀ ਕੈਨੇਟਿਕ એનર્ਜੀ ਹੈ, ਜਿਹੜੀ ਹਵਾ ਦੀ ਸਪੀਡ ਦੀ એનર્ਜੀ ਹੈ, ਹਵਾ ਦੀ ਗਤੀ ਦੀ એનર્ਜੀ ਹੈ, ਉਸ ਦੇ ਨਾਲ ਇਹਦੇ ਬਲੇਡਾਂ ਨੂੰ ਘੁਮਾਉਂਦੀ ਹੈ। ਇਹ ਪਵਨ ਚੱਕਰੀ ਘੁੰਮਣਾ ਸ਼ੁਰੂ ਕਰ ਦਿੰਦੀ ਹੈ। ਬਲੇਡਾਂ ਦੇ ਉੱਤੇ ਜਿੱਦਾਂ ਹੀ ਉਹ ਫੋਰਸ ਲਗਾਉਂਦੀ ਹੈ ਤਾਂ ਬਲੇਡ ਘੁੰਮਣੇ ਸ਼ੁਰੂ ਹੋ ਜਾਂਦੇ ਹਨ। ਬਲੇਡ ਦੇ ਨਾਲ ਹੀ ਹੱਬ ਦੇ ਨਾਲ ਹੀ ਮੇਨ ਸ਼ਾਫਟ ਘੁੰਮਣਾ ਸ਼ੁਰੂ ਹੋ ਜਾਂਦਾ ਹੈ। ਮੇਨ ਸ਼ਾਫਟ ਦੇ ਨਾਲ ਜਨਰੇਟਰ ਘੁੰਮਦਾ ਹੈ। ਜਨਰੇਟਰ ਦੇ ਨਾਲ ਬਿਜਲੀ ਪੈਦਾ ਹੁੰਦੀ ਹੈ। ਆਮ ਤੌਰ ਤੇ ਇਹ ਤਕਰੀਬਨ 30 ਮੀਟਰ ਦੀ ਉਚਾਈ ਤੇ ਲਗਾਈਆਂ ਜਾਂਦੀਆਂ ਹਨ ਧਰਤੀ ਦੇ ਸਤਲ ਤੋਂ। ਇੱਕ ਵਿੰਡ ਫਾਰਮ ਬਣਾਉਣ ਦੇ ਇਹ ਦਰਸਾਇਆ ਗਿਆ ਹੈ ਕਿ ਜੋ ਪਿਕਚਰ ਤੁਹਾਡੇ ਸਾਹਮਣੇ ਹੈ, ਇਹ ਵਿੰਡ ਫਾਰਮ ਜਿਹੜੀ ਇਹ ਬਿਜਲੀ ਪੈਦਾ ਕਰਦੀ ਹੈ, ਪਵਨ ਚੱਕਰੀਆਂ ਜਾਂ ਵਿੰਡ ਟਰਬਾਈਨ, ਇਹ ਡਾਇਰੈਕਟ ਕਰੰਟ ਪੈਦਾ ਕਰਦੀਆਂ। ਬਟ ਜਿਹੜੀਆਂ ਆਪਣੇ ਘਰਾਂ ਦੇ ਵਿੱਚ ਬਿਜਲੀ ਆਉਂਦੀ ਹੈ, ਉਹ ਆਲਟਰਨੇਟ ਕਰੰਟ ਹੁੰਦੀ ਹੈ, AC। ਇਸ ਲਈ DC ਨੂੰ AC 'ਚ ਬਦਲਣ ਵਾਸਤੇ ਥੱਲੇ ਹਰ ਇੱਕ ਪਵਨ ਚੱਕਰੀ ਦੇ ਥੱਲੇ, ਹਰ ਇੱਕ ਵਿੰਡ ਟਰਬਾਈਨ ਦੇ ਥੱਲੇ ਇਨਵਰਟਰ ਲਗਾਏ ਜਾਂਦੇ ਹਨ। ਇਨਵਰਟਰ DC ਊਰਜਾ ਨੂੰ AC ਊਰਜਾ ਦੇ ਵਿੱਚ ਬਦਲਦੇ ਹਨ, ਡਾਇਰੈਕਟ ਕਰੰਟ ਨੂੰ ਆਲਟਰਨੇਟ ਕਰੰਟ ਦੇ ਵਿੱਚ ਬਦਲਦੇ ਹਨ। ਫਿਰ ਇਹ ਟਰਾਂਸਫਾਰਮਰ ਦੇ ਰਾਹੀਂ ਇਹਦੀ ਵੋਲਟੇਜ ਵਧਾਈ ਜਾਂਦੀ ਹੈ। ਵੋਲਟੇਜ ਵਧਾ ਕੇ ਇਸ ਨੂੰ ਗ੍ਰਿਡ ਦੇ ਵਿੱਚ ਭੇਜਿਆ ਜਾਂਦਾ ਹੈ। ਗ੍ਰਿਡ ਤੋਂ ਫਿਰ ਟਰਾਂਸਮਿਸ਼ਨ ਲਾਈਨ ਦੇ ਥਰੂ ਹਰ ਘਰ 'ਚ ਪਹੁੰਚਾਇਆ ਜਾ ਸਕਦਾ ਹੈ। ਪੂਰੀ ਦੁਨੀਆ ਦਾ ਸੈਕਿੰਡ ਲਾਰਜੈਸਟ, ਦੂਜਾ ਸਭ ਤੋਂ ਵੱਡਾ ਵਿੰਡ ਫਾਰਮ ਹਿੰਦੁਸਤਾਨ, ਜੈਸਲਮੇਰ, ਰਾਜਸਥਾਨ ਦੇ ਵਿੱਚ ਬਣਿਆ ਹੋਇਆ ਹੈ, ਜਿਹਦੇ ਵਿੱਚ ਇੰਨੀਆਂ ਸਾਰੀਆਂ ਪਵਨ ਚੱਕਰੀਆਂ ਤੁਸੀਂ ਦੇਖ ਸਕਦੇ ਹੋ ਲੱਗੀਆਂ ਹੋਈਆਂ। ਤੇ ਇਹ ਹੈਗਾ ਜੀ ਧਰਤੀ ਤੇ ਲੱਗਿਆ ਹੋਇਆ ਵਿੰਡ ਫਾਰਮ ਦਾ ਇੱਕ ਉਦਾਹਰਣ। ਦੂਜਾ ਉਦਾਹਰਣ ਸਮੁੰਦਰ ਦੇ ਵਿੱਚ ਵਿੰਡ ਫਾਰਮ ਜਿਹੜਾ ਬਣਦਾ ਹੈ, ਜਿਹਨੂੰ ਆਪਾਂ ਆਫਸ਼ੋਰ ਵਿੰਡ ਫਾਰਮ ਕਹਿ ਦਿੰਦੇ ਆ। ਇਹ ਦੁਨੀਆ ਦਾ ਸਭ ਤੋਂ ਵੱਡਾ ਲੰਡਨ ਦੇ ਵਿੱਚ ਬਣਿਆ ਹੋਇਆ ਹੈ, ਜਿਹਨੂੰ ਆਪਾਂ ਲੰਡਨ ਐਰੇ ਕਹਿ ਦਿੰਦੇ ਹਾਂ। ਇੱਕ ਹੋਰ ਪਿਕਚਰ ਦਰਸਾਉਂਦੀ ਹੋਈ ਤੁਹਾਨੂੰ ਅੰਦਾਜ਼ਾ ਦੇਣ ਲਈ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵਰਕਰਸ ਨੇ ਖੱਬੀ ਹੱਥ, ਉਹ ਕਿੰਨੇ ਛੋਟੇ ਲੱਗ ਰਹੇ ਹਨ, ਜਿਹੜੇ ਨੈਸਲ ਦੇ ਉੱਪਰ ਬਹਿ ਕੇ ਇਹਦੀ ਸਰਵਿਸ ਕਰ ਰਹੇ ਹਨ। ਤੇ ਸੱਜੇ ਹੱਥ ਤੇ ਪੂਰੀ ਦੀ ਪੂਰੀ ਟਰਬਾਈਨ ਦੀ ਫੋਟੋ ਹੈ, ਤੁਸੀਂ ਦੇਖ ਲਓ। ਇਹ ਤਕਰੀਬਨ 110 ਮੀਟਰ ਜਾਂ 110 ਮੀਟਰ ਉੱਚੇ ਤੱਕ ਟਾਵਰ ਹੋ ਸਕਦੇ ਹਨ। ਇਹ ਟਰਬਾਈਨ ਹੋ ਸਕਦੀ ਹੈ ਜਿੱਥੇ ਜਾ ਕੇ ਇਹਦੀ ਸਰਵਿਸ ਕਰਨੀ ਪੈ ਸਕਦੀ ਹੈ। ਰੈਜ਼ੀਡੈਂਸ਼ੀਅਲ ਵਿੰਡ ਸਿਸਟਮ ਵੀ ਏਦਾਂ ਹੀ ਹੈ। ਜੇ ਵਿੰਡ ਟਰਬਾਈਨ ਘਰ ਦੇ ਉੱਪਰ ਲਗਾ ਰੱਖੀ ਹੈ, DC ਨੂੰ ਤੁਸੀਂ AC ਦੇ ਵਿੱਚ ਇੱਕ ਇਨਵਰਟਰ ਦੇ ਥਰੂ ਕਨਵਰਟ ਕਰ ਸਕਦੇ ਹੋ। ਫਿਰ ਉਹਨੂੰ ਟਰਾਂਸਫਾਰਮਰ ਦੇ ਲਈ, ਯੂਟਿਲਿਟੀ ਦੇ ਲਈ ਯੂਜ਼ ਕਰ ਸਕਦੇ ਹੋ, ਜਾਂ ਗ੍ਰਿਡ ਵਿੱਚ ਤੁਸੀਂ ਭੇਜ ਸਕਦੇ ਹੋ। ਕਿੰਨੀ ਕੁ એનર્ਜੀ ਪੈਦਾ ਕੀਤੀ ਜਾ ਸਕਦੀ ਹੈ, ਇਹ ਮੈਥਮੈਟੀਕਲ ਇਕੁਏਸ਼ਨ ਦਰਸਾਉਂਦੀ ਹੈ ਕਿ ਕਿੰਨੀ ਵਿੰਡ ਪਾਵਰ ਬਣਾਈ ਜਾ ਸਕਦੀ ਹੈ। ਇਹ ਤੁਸੀਂ ਦੇਖ ਸਕਦੇ ਹੋ, ਹਾਫ ਇੰਟੂ ਰੋ ਇੰਟੂ A ਇੰਟੂ V ਕਿਊਬ ਦਾ ਮਤਲਬ ਹੈ ਹਾਫ ਇੰਟੂ 에ਅਰ ਡੈਂਸਿਟੀ, ਕਿ 에ਅਰ ਕਿੰਨੀ ਕੁ ਭਾਰੀ ਕਿੰਨੀ ਕੁ ਹਲਕੀ ਹੈ ਜਿੱਥੇ ਵਿੰਡ ਟਰਬਾਈਨ ਲੱਗੀ ਹੋਈ ਹੈ, ਗੁਣਾ ਜਿੰਨਾ ਏਰੀਆ ਰੋਟਰ ਦਾ ਬਣਦਾ ਹੈ, ਜਿੰਨੇ ਬਲੇਡ ਘੁੰਮ ਕੇ ਏਰੀਆ ਬਣਾਉਂਦੇ ਹਨ, ਗੁਣਾ ਉੱਥੇ ਵਿੰਡ ਦੀ ਗਤੀ ਕਿੰਨੀ ਹੈ, ਉੱਥੇ ਹਵਾ ਦੀ ਗਤੀ ਕਿੰਨੀ ਹੈ। ਇਹ ਜੇ ਆਪਾਂ ਸਾਰਿਆਂ ਨੂੰ ਗੁਣਾ ਕਰੀਏ ਤਾਂ ਤੁਹਾਨੂੰ ਵਿੰਡ ਪਾਵਰ ਦਾ ਅੰਦਾਜ਼ਾ ਲੱਗ ਸਕਦਾ ਹੈ। ਤੁਸੀਂ ਕੈਲਕੂਲੇਟ ਕਰ ਸਕਦੇ ਹੋ ਕਿ ਕਿੰਨੀ ਵਿੰਡ ਪਾਵਰ ਬਣਾਈ ਜਾ ਸਕਦੀ ਹੈ। ਕੁਝ ਕਾਮਨ ਵਿੰਡ ਟਰਬਾਈਨਾਂ ਜਿਹੜੀਆਂ ਕਿ ਇੰਡਸਟਰੀ ਦੇ ਵਿੱਚ, ਮਾਰਕੀਟ ਦੇ ਵਿੱਚ ਅਵੇਲੇਬਲ ਨੇ, ਉਹ ਇੱਥੇ ਦਰਸਾਈਆਂ ਗਈਆਂ ਤੇ ਨਾਲ ਹੀ ਉਹਨਾਂ ਦੇ ਕਰੈਕਟਰਿਸਟਿਕ ਦਰਸਾਏ ਗਏ ਹੈ। ਜਿਵੇਂ ਕਿ ਪਹਿਲੀ ਟਰਬਾਈਨ ਜਿਹੜੀ ਤੁਸੀਂ ਦੇਖ ਰਹੇ ਹੋ, ਉਹ 0.66 ਮੈਗਾਵਾਟ ਵੈਸਟਾਸ ਕੰਪਨੀ ਦੀ ਹੈ।
ਇਹਦੀ ਹੱਬ ਦੀ ਹਾਈਟ 55 ਮੀਟਰ ਹੈ, ਰੋਟਰ ਦਾ ਡਾਇਆਮੀਟਰ 47 ਮੀਟਰ। ਇਹ ਏਰੀਆ ਸਵੈਪਟ ਵੋਲਿਊਮ ਜਦ ਬਲੇਡ ਘੁੰਮਦੇ ਆ, ਸਵੈਪਟ ਏਰੀਆ ਕਿੰਨਾ ਏਰੀਆ ਕਵਰ ਕਰਦੇ ਆ ਜਦ ਤਿੰਨੋਂ ਬਲੇਡ ਘੁੰਮਦੇ ਆ, ਤਾਂ ਉਹ ਹੈਗਾ ਜੀ 1735 ਸਕੁਆਇਰ ਮੀਟਰ। ਇਹਨਾਂ ਦੀ ਕਟ ਇਨ ਸਪੀਡ ਮੀਨ ਘੱਟੋ ਘੱਟ ਸਪੀਡ ਜਿਹੜੀ ਹਵਾ ਦੀ ਚਾਹੀਦੀ ਹੈ, ਘੱਟੋ ਘੱਟ ਗਤੀ ਇਹਦੇ ਬਲੇਡਾਂ ਨੂੰ ਘੁਮਾਉਣ ਲਈ ਉਹ ਚਾਹੀਦੀ ਹੈ ਜੀ 4 ਮੀਟਰ ਪ੍ਰਤੀ ਸੈਕਿੰਡ। ਤੇ ਕਟ ਆਊਟ ਸਪੀਡ ਜਿਹੜੀ 25 ਤੋਂ ਵੱਧ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਬਲੇਡ ਟੁੱਟ ਵੀ ਸਕਦੇ ਹਨ ਕਿਉਂਕਿ ਸੈਂਟਰੀਫਿਊਗਲ ਫੋਰਸਿਸ ਆ ਜਾਂਦੀਆਂ। ਰੇਟਡ ਸਪੀਡ ਹੈਗੀ ਹੈ ਇਹਦੀ 15 ਮੀਟਰ ਪਰ ਸੈਕਿੰਡ। ਕਹਿਣ ਦਾ ਭਾਵ ਇਹ ਹੈ ਕਿ 15 ਮੀਟਰ ਪਰ ਸੈਕਿੰਡ ਦੀ ਜੇ ਰੋਟਰ ਘੁੰਮ ਰਿਹਾ ਹੈ ਜਾਂ ਬਲੇਡ ਘੁੰਮ ਰਹੇ ਹਨ, ਤਾਂ ਉਹ 0.66 ਮੈਗਾਵਾਟ ਬਿਜਲੀ ਪੈਦਾ ਕਰ ਸਕਦੇ। ਇਸੇ ਹਿਸਾਬ ਸਿਰ ਦੂਜੀ ਕੰਪਨੀਆਂ ਦੇ ਟਰਬਾਈਨਾਂ ਨੇ, ਜਿਵੇਂ ਕਿ 1.5 ਮੈਗਾਵਾਟ ਜੀਈ ਕੰਪਨੀ ਦੀ, 1.8 ਮੈਗਾਵਾਟ ਵੈਸਟਾਸ ਦੀ, 2.5 ਮੈਗਾਵਾਟ ਜੀਈ ਕੰਪਨੀ ਦੀ ਜਾਂ 3 ਮੈਗਾਵਾਟ ਵੈਸਟਾਸ ਦੀ। ਨਾਲ ਉਹਨਾਂ ਦੇ ਕਰੈਕਟਰਿਸਟਿਕ ਦਰਸਾਏ ਗਏ ਹਨ। ਪਵਨ ਊਰਜਾ ਵਿੰਡ ਟਰਬਾਈਨ ਦੇ ਥਰੂ ਬਿਜਲੀ ਪੈਦਾ ਕਰਨ ਦੇ ਕੀ ਪੋਟੈਂਸ਼ੀਅਲ ਇੰਪੈਕਟ ਹੋ ਸਕਦੇ ਹਨ, ਉਹ ਦਰਸਾਏ ਗਏ ਹਨ। ਪ੍ਰੋਪਰਟੀਜ਼ ਦੀ ਵੈਲਿਊ ਦੇ ਉੱਤੇ ਫਰਕ ਪੈਂਦਾ ਹੈ ਜਿੱਥੇ ਵਿੰਡ ਟਰਬਾਈਨ ਲੱਗੇ ਹੋਣ, ਕਿਉਂਕਿ ਇਹ ਬਹੁਤ ਜ਼ਿਆਦਾ ਆਵਾਜ਼ ਕਰਦੀਆਂ ਹਨ। ਕਈਆਂ ਦਾ ਮੰਨਣਾ ਹੈ ਕਿ ਇਹ ਵਿਜ਼ੂਅਲ ਦ੍ਰਿਸ਼ ਨੂੰ ਵੀ ਖਰਾਬ ਕਰਦੀਆਂ ਹਨ, ਕਿਉਂਕਿ ਜੇ ਵਿੰਡ ਟਰਬਾਈਨ ਸਾਰੇ ਕਿਤੇ ਫੈਲੀਆਂ ਹੋਈਆਂ ਹਨ, ਵਿੰਡ ਫਾਰਮ ਲੱਗਿਆ ਹੋਏ, ਤਾਂ ਤੁਹਾਡਾ ਜਿਹੜਾ ਸੋਹਣਾ ਦ੍ਰਿਸ਼ ਹੈ ਉਹ ਖਰਾਬ ਹੋ ਸਕਦਾ ਹੈ। ਲੈਂਡ ਇਸਤੇਮਾਲ ਤਾਂ ਕੀਤਾ ਹੀ ਜਾਂਦਾ ਹੈ, ਔਰ ਕੁਝ ਵਾਈਲਡ ਲਾਈਫ ਜਿਵੇਂ ਬਰਡਸ ਦੇ ਉੱਤੇ ਵੀ ਇਹ ਇੰਪੈਕਟ ਪਾਉਂਦੀਆਂ। ਕਿੰਨੀ ਕੁ ਉੱਚੀ ਇਹ ਫੰਕਸ਼ਨ ਕਰ ਸਕਦੀ ਹੈ, ਕਿੰਨੀ ਕੁ ਆਵਾਜ਼ ਇਹ ਪੈਦਾ ਕਰ ਸਕਦੀ ਹੈ, ਤੁਸੀਂ ਦੇਖ ਸਕਦੇ ਹੋ। ਇੱਕ ਵਿੰਡ ਟਰਬਾਈਨ ਤੁਹਾਡੇ ਖੱਬੇ ਹੱਥ ਤੇ ਲੱਗੀ ਹੋਈ ਹੈ ਤੇ ਸੱਜੇ ਹੱਥ ਤੇ ਤੁਹਾਡਾ ਸਾਰਾ ਥੱਲੇ ਡਿਸਟੈਂਸ ਦਿਖਾਇਆ ਹੈ। ਜੇ ਤੁਸੀਂ ਅੱਧੇ ਕਿਲੋਮੀਟਰ ਜਾਂ 400 ਮੀਟਰ ਤੋਂ ਦੂਰ ਤੋਂ ਇੱਕ ਵਿੰਡ ਟਰਬਾਈਨ ਨੂੰ ਸੁਣ ਰਹੇ ਹੋ, ਤਾਂ ਤੁਹਾਨੂੰ ਐ ਲੱਗੂਗਾ ਜਿਵੇਂ ਕਿ ਇੱਕ ਰੈਫਰੀਜਰੇਟਰ ਚੱਲਦਾ ਹੈ। ਜਿੰਨੀ ਕੁ ਆਵਾਜ਼ ਹੁੰਦੀ ਹੈ ਉਨੀ ਕੁ ਆਵਾਜ਼ ਤੁਹਾਨੂੰ ਸੁਣਾਈ ਦੇ। ਜੇ ਤੁਸੀਂ ਥੋੜਾ ਹੋਰ ਨੇੜੇ ਚਲੇ ਜਾਂਦੇ ਹੋ, 300 ਮੀਟਰ ਤੋਂ ਇਸ ਵਿੰਡ ਟਰਬਾਈਨ ਨੂੰ ਚੱਲਦੇ ਹੋਏ ਸੁਣ ਰਹੇ ਹੋ, ਤਾਂ ਤੁਸੀਂ ਇਹ ਸਮਝ ਸਕਦੇ ਹੋ ਕਿ ਇਹ ਵੀ ਹਾਂ, ਕਿ ਇਹਨੂੰ ਇਹ ਸਮਝ ਸਕਦੇ ਹੋ 300 200 ਮੀਟਰ ਜਿੱਦਾਂ ਜਿੱਦਾਂ ਤੁਸੀਂ ਆਪਣਾ ਡਿਸਟੈਂਸ ਘਟਾਉਂਦੇ ਜਾਓਗੇ, ਇਹਦੀ ਆਵਾਜ਼ ਹੋਰ ਉੱਚੀ ਹੁੰਦੀ ਜਾਊਗੀ। ਜਿਵੇਂ ਕਿ ਤਕਰੀਬਨ 100 ਮੀਟਰ ਤੋਂ ਤੁਹਾਨੂੰ ਇੱਕ ਛੋਟਾ ਏਸੀ ਵਿੰਡੋ ਏਸੀ ਚੱਲਦਾ ਹੋਇਆ ਜਿੰਨਾ ਸੁਣਦਾ ਹੈ, ਉਨੀ ਆਵਾਜ਼ ਸੁਣਾਈ ਦੇਗੀ। ਫਿਰ ਥੋੜਾ ਹੋਰ ਨੇੜੇ ਚਲੇ ਜਾਓਗੇ, ਤੁਹਾਨੂੰ ਵੈਕਿਊਮ ਕਲੀਨਰ ਜਿੰਨੀ ਆਵਾਜ਼ ਕਰਦਾ ਹੈ ਉਨੀ ਆਵਾਜ਼ ਸੁਣਾਈ ਦੇਊਗੀ। ਥੋੜਾ ਹੋਰ ਨੇੜੇ ਚਲੇ ਜਾਓਗੇ, ਜਿੰਨੀ ਬਲੈਂਡਰ ਆਵਾਜ਼ ਕਰਦਾ ਹੈ ਉਨੀ ਆਵਾਜ਼ ਸੁਣਾਈ ਦੇਊਗੀ। ਜੇ ਬਿਲਕੁਲ ਨੀਚੇ ਖੜੇ ਹੋ ਤੁਸੀਂ ਵਿੰਡ ਟਰਬਾਈਨ ਦੇ, ਤਾਂ ਜਿਵੇਂ ਇੱਕ ਘਾਹ ਕੱਟਣ ਵਾਲੀ ਮਸ਼ੀਨ ਜਿੰਨੀ ਆਵਾਜ਼ ਕਰਦੀ ਹੈ, ਤੁਹਾਨੂੰ ਇੰਨੀ ਆਵਾਜ਼ ਸੁਣਾਈ ਦੇਗੀ। ਵਾਈਲਡ ਲਾਈਫ ਤੇ ਇਹਦਾ ਕਿੰਨਾ ਕੁ ਅਸਰ ਪੈਂਦਾ ਹੈ ਉਹ ਤੁਸੀਂ ਦੇਖ ਲਓ, ਬਹੁਤ ਜ਼ਿਆਦਾ ਨਹੀਂ ਹੈ। ਐ ਲਗਾ ਲਓ ਕਿ 10,000 ਜਿਹੜੇ ਜੇ ਕੋਈ ਪੰਛੀ ਮਰਦੇ ਹਨ, ਤਾਂ ਉਹਦੇ ਵਿੱਚੋਂ ਸ਼ਾਇਦ ਹੀ ਇੱਕ ਅੱਧਾ ਹੋਏ ਜਿਹੜਾ ਵਿੰਡ ਟਰਬਾਈਨ ਨਾਲ ਕੱਟ ਕੇ ਮਰੇ, ਕਿਉਂਕਿ ਵਿੰਡ ਟਰਬਾਈਨਾਂ ਆਪਸ 'ਚ ਬੜੀ ਦੂਰੀ ਤੇ ਲਗਾਈਆਂ ਜਾਂਦੀਆਂ। ਮੈਂ ਉਮੀਦ ਕਰਦਾ ਹਾਂ ਕਿ ਪਵਨ ਊਰਜਾ ਬਾਰੇ, ਵਿੰਡ ਟਰਬਾਈਨ ਬਾਰੇ ਤੁਹਾਨੂੰ ਕਾਫੀ ਜਾਣਕਾਰੀ ਹਾਸਲ ਹੋ ਗਈ ਹੋਊਗੀ। ਜੇ ਫਿਰ ਵੀ ਕੁਝ ਡਿਟੇਲ ਤੁਹਾਨੂੰ ਚਾਹੀਦੀ ਹੈ, ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ। ਧੰਨਵਾਦ।